गिरफ्तारी दी तलवार, पुलिस किसी वेले भी गिरफ्तार कर सकती है। बहुत बड़ी खबर है कि कुछ ही घंटिਆਂ ਦੇ ਵਿੱਚ क्योंकि जे सीधा एलिगेशंस पंजाब ਦੇ ਮੁੱਖ ਮੰਤਰੀ ਆ ਕੇ ਲਗਾ ਰਹੇ ਨੇ ਤਾਂ ਲਾਜ਼ਮੀ ਤੌਰ ਤੇ ਸਵਾਲ ਉੱਠਦੇ ਨੇ ਕਿ ਗ੍ਰਿਫਤਾਰੀ ਕਦੋਂ। ਤਾਂ ਗ੍ਰਿਫਤਾਰੀ ਦੀ ਤਲਵਾਰ ਬਰਖਾਸਤ ਮੰਤਰੀ ਡਾਕਟਰ ਵਿਜੇ ਸਿੰਗਲਾ ਦੇ ਉੱਤੇ ਲਟਕਦੀ ਹੋਈ ਨਜ਼ਰ ਆ ਰਹੀ ਹੈ। ਇਸ ਸਮੇਂ ਦੀ ਬਹੁਤ ਵੱਡੀ ਖਬਰ ਹੈ। ਇਹ ਐਕਸ਼ਨ बेशक एक्शन का जिक्र हो रहा बहुत अनफॉर्चुनेट भी है, बहुत ਤੁਸੀਂ ਕਹਿ ਸਕਦੇ ਹੋ ਮੰਦਭਾਗਾ ਵੀ ਹੈ ਕਿ ਪੰਜਾਬ ਦੇ ਲੋਕਾਂ ਨੂੰ जिस मंत्री तो उम्मीदां सी, हालांकि सरकार ने एक्शन ले लिया, उसकी जरूर तारीफां हो सकदियां ने, पर दूजे पासे अनफॉर्चुनेट भी है कि एक विधायक दे उत्ते जो मंत्री बन गया उसदे उत्ते एलिगेशंस लग रहे ने, उन्होंने गिरफ्तार हुण करन जा रही है पुलिस। बिल्कुल, ओ मंत्री जिसदे कुछ समा पहला अगे पिछे फिरदे सी लोग, बिल्कुल थोड़ी देर बाद देखो किस तरीके नाल जिहड़ियां चीज़ां ने बदलदियां ने, चेंज हुंदियां ने। समा आपां जिक्र कर रहे सी नवजोत सिंह सिद्धू दे केस दे विच कि समा किवें बदलदा है। बिल्कुल, सो सत्ताधारियां दे लई भी समा बदल सकदा है। ਇਹ ਅੱਜ ਸੀਐਮ ਭਗਵੰਤ ਮਾਨ ਨੇ ਪ੍ਰੂਵ ਕਰਤਾ। ਬਿਲਕੁਲ, ਇਹ ਐਕਸ਼ਨ ਬਾਕੀ ਮੰਤਰੀਆਂ ਦੇ ਲਈ, ਵਿਧਾਇਕਾਂ ਦੇ ਲਈ, ਪੁਲਿਸ ਅਫਸਰਾਂ ਦੇ ਲਈ ਜਾਂ ਫਿਰ ਪੰਜਾਬ ਦੇ ਜਿਹੜੇ ਹੋਰ ਮੁਲਾਜ਼ਮ ਨੇ ਉਹਨਾਂ ਦੇ ਲਈ ਇੱਕ ਮੈਸੇਜ ਹੈ। ਬੇਸਿਕਲੀ ਗੌਰਵ, ਜਦੋਂ ਜ਼ਿਕਰ ਹੁੰਦਾ ਹੈ ਭ੍ਰਿਸ਼ਟਾਚਾਰ ਦਾ, ਭਗਵੰਤ ਮਾਨ ਹੁਣੇ ਜ਼ਿਕਰ ਕਰ ਰਹੇ ਸੀ ਕਿ ਇਹ ਧਾਰਨਾ ਹੈ, ਇਹ ਤੁਹਾਡੇ ਮੇਰੇ ਦੇ ਵਿੱਚ ਵੀ ਇਹ ਧਾਰਨਾ ਹੈ ਕਿ ਭ੍ਰਿਸ਼ਟਾਚਾਰ ਨੂੰ ਖਤਮ ਕਰਨਾ ਬਹੁਤ ਔਖਾ ਹੈ, ਭ੍ਰਿਸ਼ਟਾਚਾਰ ਖਤਮ ਨਹੀਂ ਹੋ ਸਕਦਾ। ਸੋ ਉਸ ਦੇ ਲਈ ਤੁਸੀਂ ਇੱਕ ਨੂੰ ਜਾ ਕੇ ਤੇ ਫੜ ਨਹੀਂ ਸਕਦੇ, ਨਾ ਇੱਕ ਦਾ ਪਤਾ ਲੱਗਣਾ ਕਿ ਕੌਣ ਭ੍ਰਿਸ਼ਟਾਚਾਰ ਕਰ ਰਿਹਾ। ਐਸੇ ਵਿੱਚ ਇੱਕ ਸੰਦੇਸ਼ ਹੁੰਦਾ ਹੈ ਔਰ ਇਹ ਬਹੁਤ ਵੱਡਾ ਸੰਦੇਸ਼ ਹੈ। ਇਹ ਅਫਸਰਾਂ ਤੱਕ ਵੀ ਜਾਏਗਾ, ਛੋਟੇ ਕਰਮਚਾਰੀਆਂ ਤੱਕ ਵੀ ਜਾਏਗਾ, ਪੁਲਿਸ ਅਧਿਕਾਰੀਆਂ ਤੱਕ ਵੀ ਜਾਏਗਾ, ਜਿਹੜੇ ਸਿੱਧੇ ਕਰਪਸ਼ਨ 'ਚ ਜੋ ਲੋਕ ਲਿਪਤ ਨੇ ਉਹਨਾਂ ਤੱਕ। और बिल्कुल इस समय की बड़ी खबर एक बार फिर तो तुहानूं दस रहे हैं, विजय सिंगला के खिलाफ FIR दर्ज कर दी गई है, परचा दर्ज कर दिया गया करप्शन का। डॉक्टर विजय सिंगला जो कुछ समय पहला तक या कहांगे 1 घंटे पहला तक जो पंजाब के सेहत मंत्री सी, जिन्होंने सूबे के मुख्यमंत्री ने बर्खास्त करने का ऐलान कर दिता, उन्होंने खिलाफ हुण भ्रिष्टाचार का परचा दर्ज कर दिया गया है ते गिरफ्तारी के लिए टीम निकल भी चुकी है। तो ये जानकारी असीं लैण की कोशिश कर रहे हैं कि इस समय डॉक्टर विजय सिंगला है किथे, ये FIR मोहाली दर्ज या चंडीगढ़ दर्ज हुई है या फिर मानसा च दर्ज हुई है, किथे दर्ज हुई है? क्योंकि इस दे विच गौरव एक चीज समझण वाली है कि इस दे विच कोई शिकायतकर्ता एक तरीके नाल मुख मंत्री ने, बिल्कुल बेसिकली जिन्हां तो पैसे मंगे गए होणगे, शिकायत उन्हां दी लई गई होएगी क्योंकि प्रूफ उन्हां कोल ही होणगे, पर सिद्धे मुख मंत्री दे कहण ते परचा होया है। सो इस करके आम तौर ते कई वारी ये हुंदा कि शिकायतकर्ता कमजोर पै जांदा तां इहो जे केस रुल जांदे आ, पर ਇੱਥੇ ਇੱਕ ਤਰੀਕੇ ਨਾਲ ਮੁੱਖ ਮੰਤਰੀ ਹੀ ਸ਼ਿਕਾਇਤਕਰਤਾ ਨੇ। ਕਾਗਜ਼ਾਂ ਦੇ ਵਿੱਚ ਜ਼ਰੂਰ ਉਹਨਾਂ ਵਿਅਕਤੀਆਂ ਦਾ ਨਾਮ FIR 'ਚ ਲਿਖਿਆ ਜਾ ਸਕਦਾ ਹੈ ਜਿਨ੍ਹਾਂ ਤੋਂ ਰਿਸ਼ਵਤ ਜਾਂ ਜਿਨ੍ਹਾਂ ਤੋਂ ਕਮਿਸ਼ਨ ਮੰਗਿਆ ਗਿਆ ਸੀ, ਪਰ ਇਸ ਦੇ ਵਿੱਚ ਕਾਰਵਾਈ ਸਿੱਧੇ ਮੁੱਖ ਮੰਤਰੀ ਦੇ ਕਹਿਣ ਤੇ ਹੋਈ ਹੈ। ਇਸ ਕਰਕੇ ਰਿਆਇਤ ਦੀ ਕੋਈ ਗੁੰਜਾਇਸ਼ ਨਹੀਂ ਹੈ। ਮੰਤਰੀ ਵਿਜੇ ਇੰਦਰ ਸਿੰਗਲਾ ਸਾਬਕਾ ਹੋ ਚੁੱਕੇ ਨੇ, ਰਿਆਇਤ ਦੀ ਕੋਈ ਗੁੰਜਾਇਸ਼ ਨਹੀਂ ਹੈ। ਸਿੱਧਾ ਪੁਲਿਸ ਐਕਸ਼ਨ, FIR ਦਰਜ ਹੋ ਗਈ ਹੈ, ਕਿਸੇ ਵੇਲੇ ਵੀ ਗ੍ਰਿਫਤਾਰੀ ਹੋ ਸਕਦੀ ਹੈ। ਸੋ ਮਾਨ ਸਰਕਾਰ ਦੇ ਵੱਡੇ ਐਕਸ਼ਨ ਦਾ ਅਸੀਂ ਜ਼ਿਕਰ ਕਰ ਰਹੇ ਹਾਂ। ਸਿੱਧਾ ਸਾਹਮਣੇ ਆ ਕੇ ਉਹਨਾਂ ਨੇ ਇਹ ਗੱਲ ਕਹੀ ਕਿ ਸਾਡੇ ਮੰਤਰੀ ਭ੍ਰਿਸ਼ਟਾਚਾਰ 'ਚ ਲਿਪਤ ਸੀ ਔਰ ਅਸੀਂ ਇਹ ਕਾਰਵਾਈ ਕਰ ਰਹੇ ਹਾਂ। ਇਹ ਕਿਸੇ ਵਿਰੋਧੀ ਨੇ ਮੁੱਦਾ ਨਹੀਂ ਉਠਾਇਆ ਜਾਂ ਮੀਡੀਆ ਦੇ ਸਾਹਮਣੇ ਇਹ ਗੱਲ ਨਹੀਂ ਆਈ, ਸਿੱਧਾ ਉਹਨਾਂ ਨੇ ਐਕਸ਼ਨ ਤੋਂ ਆ ਕੇ ਹੀ ਪਤਾ ਲੱਗਿਆ ਕਿ ਮਾਨ ਸਰਕਾਰ ਦਾ ਮੰਤਰੀ ਭ੍ਰਿਸ਼ਟਾਚਾਰ ਦੇ ਵਿੱਚ ਲਿਪਤ ਸੀ ਔਰ ਉਸ ਨੂੰ ਹਟਾ ਦਿੱਤਾ ਗਿਆ, ਉਹਦੇ ਅਹੁਦੇ ਤੋਂ ਬਰਖਾਸਤ ਕਰ ਦਿੱਤਾ ਗਿਆ ਹੈ। ਵੱਡੀ ਕਾਰਵਾਈ ਕੀਤੀ ਗਈ ਹੈ। ਪਹਿਲੀਆਂ ਸਰਕਾਰਾਂ ਦੇ ਵਿੱਚ ਵੀ ਗੌਰਵ ਐਕਸ਼ਨ ਹੁੰਦੇ ਰਹੇ ਆ, ਬਿਲਕੁਲ, ਪਰ ਉੱਥੇ ਕੋਈ ਜਾਂ ਤਾਂ ਮੀਡੀਆ ਸਾਹਮਣੇ ਇਸ਼ੂ ਲੈ ਕੇ ਆਉਂਦਾ ਸੀ ਜਾਂ ਪੁਲਿਸ ਕੋਈ ਸਾਹਮਣੇ ਇਸ਼ੂ ਲੈ ਕੇ ਆਉਂਦੀ ਸੀ ਸ਼ਿਕਾਇਤ ਦੇ ਆਧਾਰ ਤੇ, ਜਾਂ ਕਿਸੇ ਵੀ ਹਿਸਾਬ ਨਾਲ ਜਾਂ ਵਿਰੋਧੀ ਧਿਰਾਂ ਕੋਈ ਖੁਲਾਸਾ ਕਰ ਲੋਕ ਵੀ ਲੈ ਕੇ ਪਹੁੰਚ ਜਾਂਦੇ, ਔਰ ਜਦੋਂ ਆਮ ਲੋਕ ਵੀ ਲੈ ਕੇ ਪਹੁੰਚ ਜਾਂਦੇ ਸੀ, ਜਦੋਂ ਉਹ ਵੱਡਾ ਮੁੱਦਾ ਬਣਦਾ ਸੀ, ਮੀਡੀਆ 'ਚ ਚੱਲਦਾ ਸੀ, ਤਾਂ ਫਿਰ ਇੱਕ ਪ੍ਰੈਸ਼ਰ ਕ੍ਰੀਏਟ ਹੁੰਦਾ ਸੀ, ਸਰਕਾਰ ਤੇ ਦਬਾਅ ਬਣਦਾ ਸੀ। ਫਿਰ ਸਰਕਾਰ ਨੇ ਐਕਸ਼ਨ ਲੈ ਕੇ ਬਹੁਤ ਮੰਤਰੀਆਂ ਦੇ ਅਸਤੀਫੇ ਹੋਏ ਨੇ, ਪਰ ਆਪਣੇ ਆਪ ਦੇ ਵਿੱਚ ਖੁਦ ਸਰਕਾਰ ਸਾਹਮਣੇ ਆ ਕੇ ਕਵੇ ਜਿਹੜੀ ਗੱਲ ਦਾ ਕਿਸੇ ਨੂੰ ਪਤਾ ਨਹੀਂ ਸੀ, ਤਾਂ ਇਹ ਆਪਣੇ ਆਪ 'ਚ ਪਹਿਲਾ ਐਕਸ਼ਨ। ਬਿਲਕੁਲ ਪਹਿਲਾ ਐਕਸ਼ਨ ਔਰ ਗ੍ਰਿਫਤਾਰੀ ਕੁਝ ਹੀ ਪਲਾਂ ਦੇ ਵਿੱਚ ਹੋ ਸਕਦੀ ਹੈ। ਇਸ ਸਮੇਂ ਦੀ ਵੱਡੀ ਖਬਰ ਤੁਹਾਨੂੰ ਦੇ ਰਹੇ ਹਾਂ ਕਿ ਪੰਜਾਬ ਦਾ ਇੱਕ ਸਾਬਕਾ ਮੰਤਰੀ ਹੁਣ ਗ੍ਰਿਫਤਾਰ ਹੋਣ ਜਾ ਰਿਹਾ ਹੈ। ਗ੍ਰਿਫਤਾਰੀ ਦੀ ਸਿੱਧੀ ਤਲਵਾਰ ਲਟਕ ਰਹੀ ਹੈ, ਪਰ ਤੁਹਾਨੂੰ ਨਾਲ ਸਮਝਾਉਣ ਦੀ ਵੀ ਕੋਸ਼ਿਸ਼ ਕਰਾਂਗੇ ਕਿ ਆਖਿਰ ਇਹ ਕਰਪਸ਼ਨ ਕਿਸ ਤਰੀਕੇ ਨਾਲ ਬਹੁਤ ਵੱਡੀ ਸੀ ਜਾਂ ਹੋ ਸਕਦੀ ਸੀ। 1% ਦਾ ਸਿੱਧਾ ਜਿਹਾ ਮਤਲਬ ਹੈ ਕਿ ਜੇਕਰ ਕੋਈ ਟੈਂਡਰ ਨਿਕਲਿਆ 100 करोड़ का, 1% का मतलब हो गया कि सीधा 1 करोड़। चलो हर महीने 100 करोड़ के टेंडर नहीं होंगे, पर जेकर देखा जाए जे हर महीने 10 करोड़ का टेंडर भी होवे सेहत विभाग दे विच, और बहुत सारे टेंडर होंगे ने, दवाइयां दे टेंडर होंगे ने, जिहड़े उत्थे मशीनरी इस्तेमाल होंदी है उसके टेंडर होंगे ने,
ਜਿਹੜਾ ਕਚਰਾ ਨਿਕਲਦਾ ਉਹਨੂੰ ਚੁੱਕਣ ਦੇ ਵੀ ਟੈਂਡਰ ਹੁੰਦੇ ਨੇ, ਜਿਹੜੀਆਂ ਇਮਾਰਤਾਂ ਬਣਦੀਆਂ ਨੇ ਉਹਨਾਂ ਦੇ ਵੀ ਟੈਂਡਰ ਹੁੰਦੇ ਨੇ। ਤਾਂ ਟੈਂਡਰ ਹਰ ਇੱਕ ਚੀਜ਼ ਦਾ ਹੁੰਦਾ ਹੈ, ਜੋ ਵੀ ਤੁਹਾਨੂੰ ਹਸਪਤਾਲ ਦੇ ਵਿੱਚ ਕੰਮ ਆਉਂਦਾ ਹੈ, ਚਾਹੇ ਉਹ ਕੋਈ ਐਂਬੂਲੈਂਸ ਹੋਵੇ, ਚਾਹੇ ਉਹ ਸਟ੍ਰੈਚਰਸ ਖਰੀਦਣੇ ਹੋਣ, ਚਾਹੇ ਕੋਈ ਵੀਲਚੇਅਰ ਖਰੀਦਣੀ ਹੋਵੇ, ਕੋਈ ਚਾਦਰਾਂ ਖਰੀਦੀਆਂ ਹੋਣ ਹਸਪਤਾਲ ਦੇ ਲਈ, ਹਰ ਚੀਜ਼ ਦੇ ਲਈ ਟੈਂਡਰ ਹੁੰਦਾ। ਗੌਰਵ 10 ਕਰੋੜ ਰੁਪਇਆ ਬਹੁਤ ਵੱਡਾ ਲੱਗਦਾ ਹੈ ਕਿ 10 ਕਰੋੜ ਰੁਪਏ ਦਾ ਟੈਂਡਰ ਹੋਏਗਾ, ਪਰ ਸਰਕਾਰੀ ਕੰਮਕਾਜ ਦੇ ਵਿੱਚ ਇਹ ਆਮ ਹੁੰਦੇ ਨੇ। ਆਮ ਲੱਗਦਾ, ਬਹੁਤ ਛੋਟਾ। PWD ਮਹਿਕਮਾ ਦੇਖ ਲਓ, ਸਿੰਚਾਈ ਮਹਿਕਮਾ ਦੇਖ ਲਓ, 20 ਕਰੋੜ 25 ਕਰੋੜ 50 ਕਰੋੜ ਦੇ ਟੈਂਡਰ ਆਮ ਹੁੰਦੇ ਨੇ, ਕਿਉਂਕਿ ਕੰਮ ਲੰਬਾ ਹੁੰਦਾ ਹੈ, ਸਾਲ 2 ਸਾਲ 3 ਸਾਲ ਚ ਪੂਰਾ ਕਰਨਾ ਹੁੰਦਾ। ਤਾਂ 60-70 ਕਰੋੜ 100 ਕਰੋੜ 200 ਕਰੋੜ ਇਹ ਮਾਮੂਲੀ ਗੱਲਾਂ ਹੁੰਦੀਆਂ ਇਹਨਾਂ ਮਹਿਕਮਿਆਂ ਦੇ ਲਈ। ਸੋ ਉਸ ਦੇ ਵਿੱਚ 1% ਕਮਿਸ਼ਨ ਬਹੁਤ ਵੱਡਾ ਹੋ ਜਾਂਦਾ ਹੈ। ਜੇ 200 ਕਰੋੜ ਦਾ ਟੈਂਡਰ ਹੈ ਤਾਂ 2 ਕਰੋੜ ਰੁਪਇਆ ਸਿੱਧਾ ਬਿਨਾਂ ਕਿਸੇ ਗੱਲ ਤੋਂ ਤੁਹਾਡੀ ਜੇਬ ਦੇ ਵਿੱਚ ਚਲਾ ਗਿਆ। ਔਰ ਇੱਕ ਮਹੀਨਾ ਤੁਸੀਂ ਇਹ ਸੋਚ ਕੇ ਦੇਖੋ ਕਿ ਜੇ ਹਰ ਮਹੀਨੇ 100 ਕਰੋੜ ਦੇ ਟੈਂਡਰ ਹੋਏ ਤਾਂ ਹਰ ਮਹੀਨੇ 1 ਕਰੋੜ ਰੁਪਇਆ ਉਸ ਸ਼ਖਸ ਦੀ ਜੇਬ ਦੇ ਵਿੱਚ ਆ ਗਿਆ। 12 ਮਹੀਨੇ ਚ ਜੇ 12 ਟੈਂਡਰ ਹੋਏ ਤਾਂ 12 ਕਰੋੜ ਰੁਪਇਆ ਹੋ ਗਿਆ। ਜੇ 5 ਸਾਲ ਇਹੀ ਕੰਮ ਚੱਲਦਾ ਰਹਿੰਦਾ ਤਾਂ 60 ਕਰੋੜ ਰੁਪਏ ਦਾ ਸਿੱਧਾ ਆ ਗਿਆ ਸੀ। ਹੋ ਸਕਦਾ 2 ਮਹੀਨੇ ਬਾਅਦ ਪਰਸੈਂਟੇਜ 2% ਹੋਏ। ਗੌਰਵ ਦੂਜੀ ਚੀਜ਼ ਸਮਝਣ ਵਾਲੀ ਇਹ ਹੈ ਕਿ ਜਿਹੜਾ ਇਹ ਕਮਿਸ਼ਨ ਦਾ ਪੈਸਾ ਹੈ, ਇਹ ਉਹ ਠੇਕੇਦਾਰ ਨੂੰ ਇਸ ਦਾ ਕੋਈ ਲਾਸ ਨਹੀਂ ਹੋਣਾ। ਠੇਕੇਦਾਰ ਨੇ ਜਿਹੜਾ ਕਮਿਸ਼ਨ ਦੇਣਾ ਉਹਨੇ ਲੋਕਾਂ ਚੋਂ ਕੱਢਣਾ ਹੈ, ਜਾਂ ਉੱਥੇ ਮਾੜਾ ਮਟੀਰੀਅਲ ਲਾ ਕੇ ਕੱਢਣਾ ਹੈ, ਜਾਂ ਉਹਦੇ ਚੋਂ ਉਹਦਾ ਰੇਟ ਵੱਧ ਰੱਖ ਕੇ ਕੱਢਣਾ ਹੈ। ਫੋਰ ਐਗਜ਼ਾਮਪਲ ਕੋਈ ਜੇ ਆਪਾਂ ਹੈਲਥ ਮਹਿਕਮੇ ਦਾ ਜ਼ਿਕਰ ਕਰੀਏ, ਜਿਵੇਂ ਕਰੋਨਾ ਦਾ ਟਾਈਮ ਸੀ, ਕੋਈ ਮਾਸਕ ਨੇ, ਕੋਈ ਸੈਨੀਟਾਈਜ਼ਰ ਨੇ, ਕੋਈ ਹੋਰ ਇਕਵਿਪਮੈਂਟਸ ਨੇ, ਤਾਂ ਉਹ ਜਿਹੜਾ ਕਮਿਸ਼ਨ ਦਾ ਪੈਸਾ ਉਹ ਪਬਲਿਕ ਦੀ ਜੇਬ ਚੋਂ ਜਾਏਗਾ। ਉਹ ਪੈਸੇ ਤੁਹਾਨੂੰ ਮੈਨੂੰ ਪੇ ਕਰਨੇ ਪੈਣਗੇ, ਆਮ ਪਬਲਿਕ ਨੂੰ ਪੇ ਕਰਨੇ ਪੈਣਗੇ। ਸਿੱਧਾ ਜਿਹਾ ਮਤਲਬ ਹੈ ਕਿ ਜਿਵੇਂ ਮਾਸਕ ਦਾ ਅਸੀਂ ਜ਼ਿਕਰ ਕਰ ਰਹੇ ਹਾਂ ਕਿ ਜੇ ਕਰਪਸ਼ਨ ਹੋ ਰਹੀ ਹੈ ਤਾਂ ਫਿਰ ਉਹ ਮਾਸਕ ਕਿਵੇਂ ਜਾ ਰਹੇ ਨੇ। ਜੇ ਇੱਕ ਮਾਸਕ ਸਪੋਜ਼ ਕਰ ਲਓ ਕਿ 5 ਰੁਪਏ ਦਾ ਹੈ, 100 ਰੁਪਏ ਦੇ ਵਿੱਚ 20 ਮਾਸਕ ਆਣੇ ਨੇ, ਤੇ ਇਸ ਵਿਚਾਲੇ ਕਿਸੇ ਨੂੰ 1% ਦੇਣਾ ਪੈ ਗਿਆ ਤਾਂ 1 ਰੁਪਇਆ ਵੱਧ ਗਿਆ, ਤਾਂ ਉਹ ਕੀ ਕੀਤਾ ਜਾਂਦਾ, ਜਾਂ ਤਾਂ ਮਾਸਕ ਫਿਰ 19 ਰਹਿ ਜਾਣਗੇ, ਜਾਂ ਫਿਰ ਮਾਸਕ ਦਾ ਰੇਟ ਹੀ 5.25 ਰੁਪਏ ਹੋ ਜਾਏਗਾ। ਹਾਂ, ਮਾਸਕ ਦਾ ਰੇਟ 1 ਰੁਪਇਆ ਵੱਧ ਜਾਏਗਾ। 1 ਰੁਪਇਆ ਵੱਧ ਜਾਏਗਾ। ਉਹ ਪੈਸਾ ਜਿਹੜਾ ਹੈ ਕਰਪਸ਼ਨ ਦਾ ਪੈਸਾ, ਕਿਉਂਕਿ ਇਸ ਲਈ ਇਹ ਵੱਡੀ ਗੱਲ ਹੋ ਜਾਂਦੀ ਹੈ ਕਿ ਉਹ ਲੋਕਾਂ ਦੀ ਜੇਬ ਚੋਂ ਜਾਂਦਾ ਹੈ। ਬਿਲਕੁਲ। ਔਰ ਜੇ ਉਸ ਤਰੀਕੇ ਨਾਲ ਬੰਦ ਹੋ ਜਾਏਗਾ ਤਾਂ ਉਸ ਦਾ ਫਾਇਦਾ ਲੋਕਾਂ ਨੂੰ ਹੀ ਮਿਲੇਗਾ। ਤੁਸੀਂ ਟੈਂਡਰ ਪਾਓਗੇ ਜਿਹਦਾ ਸਭ ਤੋਂ ਘੱਟ ਟੈਂਡਰ, ਆਮ ਤੌਰ ਤੇ ਕਰਪਸ਼ਨ ਹੁੰਦੀ ਕਿਵੇਂ ਹੈ ਗੌਰਵ? ਵੱਖ-ਵੱਖ ਡਿਪਾਰਟਮੈਂਟਾਂ 'ਚ ਆਪਾਂ ਬਹੁਤ ਵਾਰੀ ਕਵਰੇਜ ਕੀਤੀ ਹੈ, ਬਹੁਤ ਸਾਰੀਆਂ ਇਹ ਚੀਜ਼ਾਂ ਸਾਹਮਣੇ ਆਈਆਂ, ਸਰਕਾਰਾਂ ਦੇ ਧਿਆਨ 'ਚ ਵੀ ਲਿਆਂਦੀਆਂ, ਬਹੁਤ ਵਾਰੀ ਕਾਰਵਾਈ ਨਹੀਂ ਹੁੰਦੀ। ਉਹਦੇ 'ਚ ਇੱਕ ਜਰਨਲਿਸਟ ਕੀ ਕਰ ਸਕਦਾ? ਉਹ ਤੇ ਸਿਰਫ ਧਿਆਨ 'ਚ ਲਿਆ ਸਕਦਾ ਜਿਹੜਾ ਪਤਾ ਲੱਗਦਾ ਹੈ। ਆਮ ਤੌਰ ਤੇ ਕਰਪਸ਼ਨ ਹੁੰਦੀ ਕਿਵੇਂ ਹੈ? ਜਦੋਂ ਟੈਂਡਰ ਪੈਂਦੇ ਆ ਜੀ, ਰੂਲ ਇਹ ਹੈ ਕਿ ਸਭ ਤੋਂ ਘੱਟ ਜਿਹਦਾ ਟੈਂਡਰ ਹੈ, ਚਾਹੇ ਉਹਦੇ 'ਚ 10 ਪੈਸੇ ਦਾ ਜਾਂ 15 ਪੈਸੇ ਦਾ ਫਰਕ ਵੀ ਹੋਵੇ, ਸਭ ਤੋਂ ਘੱਟ ਵਾਲਾ ਟੈਂਡਰ ਚੱਕਣਾ ਹੁੰਦਾ ਹੈ। ਸੋ ਜੇ ਤੁਸੀਂ ਮੰਨ ਲਓ ਆਪਾਂ 10 ਰੁਪਏ ਦਾ ਇੱਕ ਟੈਂਡਰ ਹੈ, ਕਿਸੇ ਨੇ 9 ਰੁਪਏ ਵੀ ਤਿਆਰ ਹੈ, ਕੋਈ 8 ਰੁਪਏ ਵੀ ਤਿਆਰ ਹੈ, ਪਰ ਸਰਕਾਰ ਨੇ ਉਹ 10 ਰੁਪਏ ਵਾਲੇ ਨੂੰ ਦੇਤਾ, ਤਾਂ ਫਿਰ ਉਹ ਜਿਹੜਾ ਲੋਕਾਂ ਨੂੰ ਮਾਸਕ 8 ਰੁਪਏ ਦਾ ਮਿਲਣਾ ਸੀ ਉਹ 10 ਜਾਂ 11 ਰੁਪਏ ਦਾ ਮਿਲੇਗਾ, ਕਿਉਂਕਿ ਉਹ ਕਰਪਸ਼ਨ ਕਰਕੇ ਵੱਧ ਟੈਂਡਰ ਵਾਲੇ ਨੂੰ ਦੇ ਦਿੱਤਾ ਗਿਆ, ਵੱਧ ਮੁਨਾਫਾ ਕਮਾਉਣ ਵਾਲੇ ਨੂੰ ਦੇ ਦਿੱਤਾ ਗਿਆ। ਔਰ ਇਹ ਤਾਂ ਆਪਾਂ ਬਹੁਤ ਛੋਟੀ ਗੱਲ ਕਰ ਰਹੇ ਹਾਂ, 10 ਰੁਪਏ ਦੇ ਮਾਸਕ ਦੀ ਗੌਰਵ। 100 ਰੁਪਏ ਵਾਲੀਆਂ ਚੀਜ਼ਾਂ ਜਾਂ 80 ਰੁਪਏ ਵਾਲੀਆਂ ਚੀਜ਼ਾਂ 250 ਰੁਪਏ 'ਚ 500 ਰੁਪਏ 'ਚ ਟੈਂਡਰ ਦਿੱਤੇ ਜਾਂਦੇ ਆ, ਜਿਹੜੇ ਕਮਿਸ਼ਨ ਦਾ ਕੋਈ ਹਿਸਾਬ ਹੀ ਨਹੀਂ ਲਾ ਸਕਦਾ। ਐਸਾ ਸਿਸਟਮ। ਇੱਥੇ ਇੱਕ ਹੋਰ ਵੀ ਕਾਬਿਲੇ ਗੌਰ ਹੈ ਕਿ ਇਸ ਚੀਜ਼ ਨੂੰ ਸਮਝੋ ਕਿ ਜੇਕਰ ਉਸ ਡਿਪਾਰਟਮੈਂਟ ਦਾ ਸਭ ਤੋਂ ਵੱਡਾ ਅਹੁਦੇਦਾਰ, ਕਿਉਂਕਿ ਮੰਤਰੀ ਸਿਹਤ ਵਿਭਾਗ ਦੇ ਵਿੱਚ ਸਭ ਤੋਂ ਵੱਡਾ, ਕਿ ਜੇਕਰ ਉਹੀ 1% ਕਮਿਸ਼ਨ ਲੈ ਰਿਹਾ ਸੀ, ਥੱਲੇ ਕਿੰਨੇ ਪਰਸੈਂਟ ਥੱਲੇ ਕਿੰਨੇ ਪਰਸੈਂਟ ਹੋਏਗਾ? ਤੇ ਉਸ ਤੋਂ ਦੂਜਾ ਪੁਆਇੰਟ ਇਹ ਹੈ ਕਿ ਜੇ ਠੇਕੇਦਾਰ ਨੇ ਕੋਈ ਇਕਵਿਪਮੈਂਟ, ਕੋਈ ਮਸ਼ੀਨਰੀ ਹਸਪਤਾਲ ਦੇ ਵਿੱਚ ਘਟੀਆ ਲਗਾ ਦਿੱਤੀ, ਤਾਂ ਜਾਂ ਮੰਤਰੀ ਜਾਂ ਜਿਹਨੇ ਕਰਪਸ਼ਨ ਕਰ ਰਹੀ ਉਹ ਕਿਹੜੇ ਮੂੰਹ ਦੇ ਨਾਲ ਜਾ ਕੇ ਠੇਕੇਦਾਰ ਨੂੰ ਕਹੇਗਾ ਕਿ ਇਹ ਖਰਾਬ, ਇਹਨੂੰ ਬਦਲ ਕੇ ਦੇ, ਤੇਰੇ ਪਰ ਕੇਸ ਕਰ ਦਵਾਂਗੇ। ਉਹ ਕੇਸ ਕਿੱਥੋਂ ਕਰੇਗਾ ਕੋਈ? ਉਹਨੇ ਤਾਂ ਫਿਰ ਉਹਨਾਂ ਨੂੰ ਵੀ ਬਚਾਉਣਾ ਹੈ, ਖੁਦ ਵੀ ਬਚਣਾ। ਅਲਟੀਮੇਟਲੀ ਗੌਰਵ ਇਹਦੇ 'ਚ ਇੱਕ ਚੀਜ਼ ਹੈ ਕਿ ਖਰਬੂਜਾ ਛੁਰੀ ਤੇ ਡਿੱਗੇ ਜਾਂ ਛੁਰੀ ਖਰਬੂਜੇ ਤੇ ਡਿੱਗੇ, ਕੱਟਣਾ ਖਰਬੂਜੇ ਨਹੀਂ, ਕੱਟਣਾ ਖਰਬੂਜਾ ਆਮ ਲੋਕ ਨੇ, ਆਮ ਲੋਕ ਨੇ। ਜੇ ਇਕਵਿਪਮੈਂਟ ਮਾੜਾ ਹੁੰਦਾ ਹੈ, ਮਸ਼ੀਨ ਮਾੜੀ ਆਉਂਦੀ ਹੈ, ਤਾਂ ਉਹਦਾ ਨੁਕਸਾਨ ਆਮ ਪਬਲਿਕ ਨੂੰ ਹੀ ਹੋਣਾ। ਡਾਕਟਰ ਬਹੁਤ ਐਸੇ ਚੰਗੇ ਡਾਕਟਰ ਨੇ ਪੰਜਾਬ 'ਚ, ਜਿਹੜੇ ਆਪਣੀ ਗੱਲਬਾਤ ਵੀ ਹੁੰਦੀ ਹੈ ਬੜੇ ਵੱਡੇ ਹਸਪਤਾਲਾਂ ਦੇ ਵਿੱਚ, ਡਾਕਟਰ ਇਹ ਕਹਿੰਦੇ ਨੇ ਕਿ ਸਾਡੇ ਕੋਲੇ ਗਲੂਕੋਜ਼ ਤੱਕ ਨਹੀਂ ਹੈ, ਸਾਡੇ ਕੋਲੇ ਹਸਪਤਾਲਾਂ ਦੇ ਵਿੱਚ ਜਿਹੜੀਆਂ ਬੇਸਿਕ ਜ਼ਰੂਰਤ ਵਾਲੀਆਂ ਚੀਜ਼ਾਂ ਹੁੰਦੀਆਂ, ਬੇਸਿਕ ਉਹ ਨਹੀਂ ਹੈ, ਉਹਨਾਂ ਕੋਲੇ ਸੂਈਆਂ ਨਹੀਂ ਹੈ ਲਾਉਣ ਵਾਲੀਆਂ। ਪਰ ਜਦੋਂ ਕਰਪਸ਼ਨ 'ਚ ਇੰਨੇ ਪੈਸੇ ਜਾਂਦੇ ਆ, ਫਿਰ ਸਵਾਲ ਉੱਠਦਾ ਕਿ ਤੁਸੀਂ ਪਬਲਿਕ ਨੂੰ ਪ੍ਰੋਵਾਈਡ ਨਹੀਂ ਕਰਾ ਸਕਦੇ ਤੇ ਲੋਕਾਂ ਦੀਆਂ ਜੇਬਾਂ, ਪੋਲੀਟੀਸ਼ੀਅਨ ਜਾਂ ਅਧਿਕਾਰੀ ਆਪਣੀਆਂ ਜੇਬਾਂ ਭਰਦੇ। ਬਿਲਕੁਲ, ਤਾਂ ਸਿੱਧਾ ਜਿਹਾ ਮਤਲਬ ਹੈ ਕਿ ਜੇਕਰ ਕਰਪਸ਼ਨ ਹੋ ਰਹੀ ਹੈ ਤਾਂ ਤੁਹਾਡੀ ਜੇਬ 'ਚੋਂ ਜਾ ਰਹੀ ਹੈ, ਸਾਡੀ ਜੇਬ 'ਚੋਂ ਜਾ ਰਹੀ ਹੈ, ਆਪਣੀ ਜੇਬ ਦੇ ਵਿੱਚੋਂ ਜਾ ਰਹੀ ਹੈ। ਜੋ ਲੋਕ ਟੈਕਸ ਭਰਦੇ ਨੇ, ਸਾਡਾ ਜਿਹੜਾ ਪੈਸਾ ਹੈ ਉਹ ਕਿਸੇ ਮੰਤਰੀ ਦੇ ਹਿੱਸੇ ਨਹੀਂ ਜਾ ਸਕਦਾ। ਇਹ ਕਰਪਸ਼ਨ ਹੈ, ਉਹ ਨਹੀਂ ਕਰ ਸਕਦਾ।